ਹੈਲੋ, ਮੈਂ ਤੁਹਾਡਾ ਸਾਰਿਆਂ ਦਾ ਇਸ ਆਨਲਾਈਨ ਵੀਡੀਓ ਸੈਸ਼ਨ ਦੇ ਲੈਕਚਰ ਨੰਬਰ 5 ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗੌਰਮੈਂਟ ਪੋਲੀਟੈਕਨੀਕਲ ਕਾਲਜ ਤਲਵਾੜਾ, ਪੰਜਾਬ। ਦਿਸ ਇਜ਼ ਅ ਲੈਕਚਰ ਨੰਬਰ 5 ਆਫ ਰੀਇਨਫੋਰਸਡ ਸੀਮੈਂਟ ਕੰਕਰੀਟ ਡਿਜ਼ਾਈਨ ਸਬਜੈਕਟ ਆਫ ਸਿਵਲ ਡਿਪਲੋਮਾ ਕੋਰਸ। ਇਸ ਤੋਂ ਪਹਿਲਾਂ ਮੈਂ 5 ਵੀਡੀਓਜ਼ ਅਪਲੋਡ ਕਰ ਚੁੱਕਾ ਹਾਂ। 4 ਵੀਡੀਓਜ਼ ਲੈਕਚਰ 1 2 3 4। ਇਸ ਤੋਂ ਇਲਾਵਾ ਇੱਕ ਸਭ ਤੋਂ ਪਹਿਲਾਂ ਇੰਟਰੋਡਕਟਰੀ ਲੈਕਚਰ ਸੀ। ਆਈ ਹੋਪ ਇਹ ਸਾਰੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ। ਆਪਾਂ ਲਾਸਟ ਵੀਡੀਓ ਦੇ ਵਿੱਚ ਚੈਪਟਰ 2 ਪੜ੍ਹ ਰਹੇ ਸੀਗੇ, ਆਪਾਂ ਉਸ ਨੂੰ ਹੀ ਕੰਟੀਨਿਊ ਕਰਾਂਗੇ। ਚੈਪਟਰ 2 ਦਾ 3rd ਪਾਰਟ, ਚੈਪਟਰ ਨੇਮ ਸੀ ਮੈਥਡਸ ਆਫ RCC ਡਿਜ਼ਾਈਨ। ਚੈਪਟਰ 2 ਦੇ ਪਾਰਟ 2 ਦੇ ਵਿੱਚ ਆਪਾਂ ਕਰੈਕਟਰਿਸਟਿਕ ਸਟਰੈਂਥ ਆਫ ਕੰਕਰੀਟ ਪੜ੍ਹ ਚੁੱਕੇ ਹਾਂ। ਇਸੇ ਤਰ੍ਹਾਂ ਕਰੈਕਟਰਿਸਟਿਕ ਸਟਰੈਂਥ ਸਟੀਲ ਦੀ ਵੀ ਹੈ। ਕਰੈਕਟਰਿਸਟਿਕ ਸਟਰੈਂਥ ਜਿੱਦਾਂ ਕਿ ਕੰਕਰੀਟ ਦੀ ਪੜ੍ਹੀ ਸੀ, ਇਸੇ ਤਰ੍ਹਾਂ ਕਰੈਕਟਰਿਸਟਿਕ ਸਟਰੈਂਥ ਸਟੀਲ ਦੇ ਵਿੱਚ ਜੋ ਵੀ ਇੰਡੀਅਨ ਸਟੈਂਡਰਡ ਸਪੈਸੀਫਿਕੇਸ਼ਨ ਦੁਆਰਾ ਕਰੈਕਟਰਿਸਟਿਕ ਸਟਰੈਂਥ ਸਟੀਲ ਦੀ ਉਹ ਵਾਲੀ ਯੀਲਡ ਸਟਰੈਸ ਆ ਜਾਂ ਉਹ ਯੀਲਡ ਸਟਰੈਸ ਵਾਲੀ ਵੈਲਿਊਜ਼ ਆ। ਇਸ ਇੱਕ ਸਟਰੈਸ ਸਟ੍ਰੇਨ ਡਾਇਗਰਾਮ ਹੁੰਦਾ ਕਿਸੇ ਵੀ ਸਟੀਲ ਦੇ ਲਈ। ਉਹ ਸਟਰਕਚਰ ਮਕੈਨਿਕਸ ਦੇ ਵਿੱਚ ਆਈ ਹੋਪ ਤੁਸੀਂ 4th ਸਮੈਸਟਰ ਵਿੱਚ ਸਾਰਿਆਂ ਨੇ ਪੜ੍ਹਿਆ ਹੋਵੇਗਾ। ਯੀਲਡ ਸਟਰੈਸ ਕੀ ਹੁੰਦੀ ਹੈ? ਯੀਲਡ ਸਟਰੈਸ ਨੂੰ ਹੀ ਆਪਾਂ ਕਰੈਕਟਰਿਸਟਿਕ ਸਟਰੈਂਥ ਆਫ ਸਟੀਲ ਕਹਿ ਦਿੰਦੇ ਆ, ਜੋ ਕਿ ਜਿਹੜੀ ਵੈਲਿਊ ਹੁੰਦੀ ਹੈ 0.2% ਆਫ ਦੀ ਪ੍ਰੂਫ ਸਟਰੈਸ, ਜੋ ਵੀ ਇੰਡੀਅਨ ਸਟੈਂਡਰਡ ਸਪੈਸੀਫਿਕੇਸ਼ਨ ਦੇ ਦੁਆਰਾ ਡਿਸਾਈਡਡ ਹੈ। ਜਿਸੇ ਤਰ੍ਹਾਂ ਕਰੈਕਟਰਿਸਟਿਕ ਸਟਰੈਂਥ ਆਫ ਕੰਕਰੀਟ ਸੀ ਵੀ ਉਹਦੀ ਜਿਹੜੀ ਵੈਲਿਊਜ਼ ਆ, ਆਪਾਂ ਉਹਦੇ ਲਈ 5% ਟੈਸਟ ਸਪੈਸੀਮਨ ਵਾਲੀ ਕੰਡੀਸ਼ਨ ਹੁੰਦੀ ਹੈ। ਇਸੇ ਤਰ੍ਹਾਂ ਇਹ 5% ਵਾਲੀ ਇਹ ਕੰਡੀਸ਼ਨ ਇਸ ਦੇ ਵਿੱਚ ਵੀ ਹੈ। ਅਗਰ ਆਪਾਂ ਕਿਸੇ ਵੀ ਸਟੀਲ ਨੂੰ ਟੈਸਟ ਕਰਨਾ, ਇੱਕ ਤੋਂ ਜ਼ਿਆਦਾ ਨੰਬਰ ਆਫ ਸੈਂਪਲ ਨੂੰ ਟੈਸਟ ਕਰਨਾ, ਅਤੇ ਉਹਦੀ ਜਿਹੜੀ 5% ਟੈਸਟ ਦੀ ਰਿਜ਼ਲਟ ਦੀ ਵੈਲਿਊਜ਼ ਆ ਉਸ ਯੀਲਡ ਸਪੈਸੀਫਾਈਡ ਯੀਲਡ ਸਟਰੈਸ ਜਾਂ ਕਰੈਕਟਰਿਸਟਿਕ ਸਟਰੈਂਥ ਆਫ ਸਟੀਲ ਦੀ ਵੈਲਿਊ ਨਾਲੋਂ ਵੈਲਿਊਜ਼ ਘੱਟ ਹੋ ਸਕਦੀਆਂ ਹਨ, ਸਿਰਫ 5% ਦੀਆਂ। ਲੇਕਿਨ 95% ਟੈਸਟ ਰਿਜ਼ਲਟ ਦੀ ਵੈਲਿਊਜ਼ ਉਸ ਸਪੈਸੀਫਾਈਡ ਯੀਲਡ ਸਟਰੈਸ ਜਾਂ ਕਰੈਕਟਰਿਸਟਿਕ ਸਟਰੈਂਥ ਆਫ ਸਟੀਲ ਤੋਂ ਜ਼ਿਆਦੀਆਂ ਹੋਣੀਆਂ ਚਾਹੀਦੀਆਂ। ਇਹ ਜੋ ਵੀ ਇੰਡੀਅਨ ਸਟੈਂਡਰਡ ਸਪੈਸੀਫਿਕੇਸ਼ਨ ਦੁਆਰਾ ਡਿਸਾਈਡਡ ਹੈ। ਨੈਕਸਟ ਹੈ ਵਟ ਇਜ਼ FE 250। FE ਸਟੈਂਡਸ ਫॉर ਸਟੀਲ। FE ਸਟੈਂਡ ਫॉर ਸਟੀਲ। ਸਟੀਲ ਵੀ ਕਾਫੀ ਤਰ੍ਹਾਂ ਦੀਆਂ ਹੁੰਦੀਆਂ। ਮਾਈਲਡ ਸਟੀਲ, HYSD ਸਟੀਲ। ਦਿਸ ਇਜ਼ ਅ ਗ੍ਰੇਡ ਆਫ ਸਟੀਲ। FE 250 ਇਹ ਇੱਕ ਮਾਈਲਡ ਸਟੀਲ ਦਾ ਗ੍ਰੇਡ ਹੈ। ਇਹ ਮਾਈਲਡ ਸਟੀਲ ਦਾ ਗ੍ਰੇਡ ਹੈ। ਜੋ ਵੀ HYSD ਸਟੀਲਸ ਹੋਣਗੀਆਂ ਉਹ FE 415 ਉਹਦਾ ਮਿਨੀਮਮ ਗ੍ਰੇਡ ਹੁੰਦਾ। FE 500, FE 550, FE 600 ਇਸ ਤਰ੍ਹਾਂ ਉਹਨਾਂ ਦੇ ਗ੍ਰੇਡਸ ਹੁੰਦੇ। ਮਾਈਲਡ ਸਟੀਲ ਦਾ ਗ੍ਰੇਡ ਹੈ FE 250। FE ਦਾ ਮਤਲਬ ਹੈ ਸਟੀਲ, 250 ਦਾ ਮਤਲਬ ਹੈ ਕਰੈਕਟਰਿਸਟਿਕ ਸਟਰੈਂਥ ਜਾਂ ਯੀਲਡ ਸਟਰੈਂਥ। ਇਹ ਸਪੈਸੀਫਾਈਡ ਹੋਏਗੀ ਇਨ ਨਿਊਟਨ ਪਰ MM ਸਕੇਅਰ, ਦੈਟ ਇਜ਼ MPa। ਨੈਕਸਟ ਹੈ ਕਰੈਕਟਰਿਸਟਿਕ ਲੋਡਸ ਐਜ਼ ਪਰ ਇੰਡੀਅਨ ਸਟੈਂਡਰਡ 456 2000 ਕਲੌਜ਼ ਨੰਬਰ 36.2। ਜਿੱਦਾਂ ਕਿ ਆਪਾਂ ਕਰੈਕਟਰਿਸਟਿਕ ਸਟਰੈਂਥ ਆਫ ਮਟੀਰੀਅਲਸ ਪੜ੍ਹ ਚੁੱਕੇ ਹਾਂ, ਦੋਨੋਂ ਮਟੀਰੀਅਲਸ ਦੇ ਲਈ, ਕੰਕਰੀਟ ਦੇ ਲਈ ਵੀ ਸਟੀਲ ਦੇ ਲਈ ਵੀ। ਇਸੇ ਤਰ੍ਹਾਂ ਕਰੈਕਟਰਿਸਟਿਕ ਲੋਡ ਹੈ। ਇਟ ਇਜ਼ ਡਿਫਾਈਨਡ ਐਜ਼ ਦੈਟ ਵੈਲਿਊ ਆਫ ਲੋਡ। ਇਹ ਉਹ ਵਾਲਾ ਲੋਡ ਆ। ਅਗਰ ਆਪਾਂ ਕਿਸੇ ਸਟਰਕਚਰ ਦੀ ਗੱਲ ਕਰੀਏ, ਸਪੋਜ਼ ਆਪਾਂ ਕਿਸੇ ਸਟਰਕਚਰ ਨੂੰ ਡਿਜ਼ਾਈਨ ਕਰਨਾ, ਸਪੋਜ਼ ਉਹਦਾ ਲਾਈਫ ਪੀਰੀਅਡ ਹੈ 50 ਈਅਰਸ। ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਉਸ 50 ਈਅਰਸ ਦੇ ਦੌਰਾਨ ਸਟਰਕਚਰ ਦੇ ਉੱਪਰ ਜਿਹੜਾ ਲੋਡ ਆਏਗਾ, ਸਪੋਜ਼ ਮੈਕਸੀਮਮ ਲੋਡ ਆਏਗਾ, ਮੰਨ ਕੇ ਚੱਲਦੇ 3 ਕਿਲੋ ਨਿਊਟਨ ਪਰ ਮੀਟਰ ਸਕੇਅਰ। ਆਪਾਂ ਇਹ ਮੰਨ ਕੇ ਚੱਲਣਾ ਵੀ 95% ਪ੍ਰੋਬੇਬਿਲਿਟੀ ਹੈ ਵੀ ਉਸ ਸਟਰਕਚਰ ਦੇ ਉੱਪਰ ਲੋਡ ਡਿਊਰਿੰਗ ਦਾ ਲਾਈਫ ਪੀਰੀਅਡ ਇਸ ਵੈਲਿਊ ਤੋਂ ਜ਼ਿਆਦਾ ਨਾ ਹੋਵੇ, ਬਟ 5% ਚਾਂਸਿਸ ਹਨ ਵੀ ਉਸ ਪਰਟੀਕੂਲਰ ਵੈਲਿਊ ਲੋਡ ਤੋਂ ਜ਼ਿਆਦਾ ਲੋਡ ਐਕਸੀਡ ਹੋ ਸਕੇ ਸਟਰਕਚਰ 'ਤੇ। ਲੇਕਿਨ ਆਪਾਂ ਜਿਹੜਾ ਸਟਰਕਚਰ ਨੂੰ ਕਰੈਕਟਰਿਸਟਿਕ ਲੋਡ ਦੇ ਲਈ ਉਹ ਵਾਲੀ ਲੋਡ ਦੀ ਵੈਲਿਊ ਲੈਣੀ ਹੈ ਜਿਹਦੀ ਸਿਰਫ 95%
ਆਪਣੇ ਕੋਲ ਪੋਸੀਬਿਲਿਟੀ ਹੈ ਜਾਂ ਪ੍ਰੋਬੇਬਿਲਿਟੀ ਹੈ ਵੀ ਉਸ ਲੋਡ ਦੀ ਵੈਲਿਊ ਤੋਂ ਸਟਰਕਚਰ ਦੇ ਉੱਪਰ ਜ਼ਿਆਦਾ ਲੋਡ ਨਹੀਂ ਆਏਗਾ, ਬਟ 5% ਚਾਂਸਸ ਹਨ ਵੀ ਉਸ ਸਟਰਕਚਰ ਦੇ ਉੱਪਰ ਲੋਡ ਉਸ ਪਰਟੀਕੂਲਰ ਵੈਲਿਊ ਤੋਂ ਜ਼ਿਆਦਾ ਆ ਸਕਦਾ ਹੈ। ਇਸ ਤਰ੍ਹਾਂ ਦੇ ਲੋਡ ਨੂੰ ਕਰੈਕਟਰਿਸਟਿਕ ਲੋਡ ਕਹਿੰਦੇ ਆ ਜਾਂ ਸਰਵਿਸ ਲੋਡ ਕਹਿ ਦਈਦਾ। ਜਿਸੇ ਤਰ੍ਹਾਂ ਆਪਾਂ ਕਰੈਕਟਰਿਸਟਿਕ ਸਟਰੈਂਥ ਆਫ ਮਟੀਰੀਅਲਸ ਦੇ ਲਈ ਕਰਵਸ ਪੜ੍ਹੀ ਸੀ, ਕਰੈਕਟਰਿਸਟਿਕ ਸਟਰੈਂਥ ਆਫ ਕੰਕਰੀਟ ਦੇ ਲਈ ਐਜ਼ ਪਰ IS ਕੋਡਲ ਪ੍ਰੋਵੀਜ਼ਨ 2000। ਸੇਮ ਇਸੇ ਤਰ੍ਹਾਂ ਹੀ ਕਰੈਕਟਰਿਸਟਿਕ ਲੋਡ ਦੇ ਲਈ ਵੀ ਕਰਵ ਹੈ ਇੰਡੀਅਨ ਸਟੈਂਡਰਡ 456 2000 ਕਲੌਜ਼ ਨੰਬਰ 36.2। ਇਹਦੇ ਵਿੱਚ ਜਿਹੜਾ ਕਰੈਕਟਰਿਸਟਿਕ ਲੋਡ ਹੁੰਦਾ ਹੈ ਉਹ ਮੀਨ ਲੋਡ ਪਲੱਸ ਕੇ ਇਹਦੇ ਵਿੱਚ ਇੱਕ ਕੌਂਸਟੈਂਟ ਆ, ਜਿਸ ਤਰ੍ਹਾਂ ਲਾਸਟ ਟਾਈਮ ਆਪਾਂ ਪੜ੍ਹਿਆ ਸੀ, ਇਨਟੂ ਸਟੈਂਡਰਡ ਡੇਵੀਏਸ਼ਨ ਫॉर ਦਿਸ ਲੋਡ ਕਰਵ। ਇਹਦੇ ਵਿੱਚ ਇਹੀ ਫਰਕ ਆ, ਕਰੈਕਟਰਿਸਟਿਕ ਲੋਡ ਦੀ ਵੈਲਿਊ ਐਵਰੇਜ ਜਾਂ ਮੀਨ ਵੈਲਿਊ ਆਫ ਲੋਡ ਤੋਂ ਜ਼ਿਆਦਾ ਹੋਏਗੀ। ਕਿੰਨੀ ਜ਼ਿਆਦਾ ਹੋਏਗੀ? ਪਲੱਸ ਕੇ ਮਲਟੀਪਲਾਈ ਸਟੈਂਡਰਡ ਡੇਵੀਏਸ਼ਨ। ਲੇਕਿਨ ਕਰੈਕਟਰਿਸਟਿਕ ਸਟਰੈਂਥ ਜਦੋਂ ਆਪਾਂ ਕੰਕਰੀਟ ਦੀ ਕੈਲਕੂਲੇਟ ਕਰਦੇ ਹਾਂ, ਉਹਦੇ ਵਿੱਚ ਕਰੈਕਟਰਿਸਟਿਕ ਸਟਰੈਂਥ ਜਿਹੜੀ ਹੁੰਦੀ ਹੈ ਉਹ ਆਲਵੇਜ਼ ਮੀਨ ਵੈਲਿਊ ਆਫ ਮੀਨ ਵੈਲਿਊ ਆਫ ਸਟਰੈਂਥ ਤੋਂ ਘੱਟ ਹੁੰਦੀ ਹੈ। ਕਰੈਕਟਰਿਸਟਿਕ ਲੋਡ ਦੀ ਵੈਲਿਊ ਮੀਨ ਲੋਡ ਨਾਲੋਂ ਹਮੇਸ਼ਾ ਜ਼ਿਆਦਾ ਹੁੰਦੀ ਹੈ। ਨੈਕਸਟ ਹੈ ਪਾਰਸ਼ੀਅਲ ਸੇਫਟੀ ਫੈਕਟਰਸ। ਇਹ ਵੀ ਐਜ਼ ਪਰ IS 456 2000 ਦੇ ਵਿੱਚ ਗਿਵਨ ਹੈ, ਕਲੌਜ਼ ਨੰਬਰ 36.4। ਪਾਰਸ਼ੀਅਲ ਸੇਫਟੀ ਫੈਕਟਰਸ ਉਹ ਵਾਲੀਆਂ ਵੈਲਿਊਜ਼ ਹਨ ਜਿਹੜੀ ਕਿ ਕਰੈਕਟਰਿਸਟਿਕ ਲੋਡਸ ਜਾਂ ਕਰੈਕਟਰਿਸਟਿਕ ਸਟਰੈਂਥ ਕਿਸੇ ਵੀ ਮਟੀਰੀਅਲ ਦੇ ਨਾਲ ਅਗਰ ਆਪਾਂ ਅਪਲਾਈ ਕਰਾਂਗੇ ਤਾਂ ਉਹ ਡਿਜ਼ਾਈਨ ਵੈਲਿਊਜ਼ ਦੇਵੇਗਾ। ਕਿਸੇ ਦੇ ਵਿੱਚ ਆਪਾਂ ਪਾਰਸ਼ੀਅਲ ਸੇਫਟੀ ਫੈਕਟਰਸ ਡਿਵਾਈਡ ਕਰਾਂਗੇ, ਕਿਸੇ ਦੇ ਵਿੱਚ ਆਪਾਂ ਪਾਰਸ਼ੀਅਲ ਸੇਫਟੀ ਫੈਕਟਰ ਨੂੰ ਮਲਟੀਪਲਾਈ ਕਰਾਂਗੇ ਕਰੈਕਟਰਿਸਟਿਕਸ ਵੈਲਿਊ ਦੇ ਨਾਲ। ਹੁਣ ਕਿਹਦੇ ਵਿੱਚ ਡਿਵਾਈਡ ਕਰਨਾ, ਕਿਹਦੇ ਵਿੱਚ ਮਲਟੀਪਲਾਈ ਕਰਨਾ, ਇਹ ਆਪਾਂ ਅੱਗੇ ਪੜ੍ਹਦੇ ਹਾਂ। ਪਾਰਸ਼ੀਅਲ ਸੇਫਟੀ ਫੈਕਟਰਸ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਲੋਡ ਦੇ ਲਈ, ਇੱਕ ਸਟਰੈਂਥ ਆਫ ਮਟੀਰੀਅਲ ਦੇ ਲਈ। ਸਭ ਤੋਂ ਪਹਿਲਾਂ ਆਪਾਂ ਪਾਰਸ਼ੀਅਲ ਸੇਫਟੀ ਫੈਕਟਰ ਫॉर द ਸਟਰੈਂਥ ਆਫ ਮਟੀਰੀਅਲ ਦੇ ਲਈ ਪੜ੍ਹਦੇ ਹਾਂ। ਇਹਨੂੰ ਡੈਜ਼ਿਗਨੇਟ ਕੀਤਾ ਜਾਂਦਾ ਗਾਮਾ M ਸਟੈਂਡ ਫॉर द ਮਟੀਰੀਅਲ, ਗਾਮਾ ਇਜ਼ ਦਾ ਪਾਰਸ਼ੀਅਲ ਸੇਫਟੀ ਫੈਕਟਰ। ਪਾਰਸ਼ੀਅਲ ਸੇਫਟੀ ਫੈਕਟਰ ਕਿਸੇ ਵੀ ਮਟੀਰੀਅਲ ਦੇ ਲਈ ਉਹ ਵਾਲਾ ਫੈਕਟਰ ਅਗਰ ਆਪਾਂ ਕਰੈਕਟਰਿਸਟਿਕ ਸਟਰੈਂਥ ਆਫ ਮਟੀਰੀਅਲ ਨੂੰ ਇਸ ਫੈਕਟਰ ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਆਪਾਂ ਨੂੰ ਉਸ ਦੀ ਡਿਜ਼ਾਈਨ ਵੈਲਿਊਜ਼ ਮਿਲਦੀ ਹੈ। ਮਤਲਬ ਡਿਜ਼ਾਈਨ ਸਟਰੈਂਥ ਆਫ ਮਟੀਰੀਅਲ ਕੈਲਕੂਲੇਟ ਕਰਨ ਦੇ ਲਈ ਆਪਾਂ ਨੂੰ ਕਰੈਕਟਰਿਸਟਿਕ ਸਟਰੈਂਥ ਆਫ ਮਟੀਰੀਅਲ ਨੂੰ ਪਾਰਸ਼ੀਅਲ ਸੇਫਟੀ ਫੈਕਟਰ ਫॉर ਦੀ ਸਟਰੈਂਥ ਆਫ ਮਟੀਰੀਅਲ ਦੇ ਨਾਲ ਡਿਵਾਈਡ ਕਰਨਾ ਪਏਗਾ। ਇਹ ਸਭ ਕੁਛ ਗਿਵਨ ਆ IS 456 2000 ਕਲੌਜ਼ ਨੰਬਰ 36.4.2 ਦੇ ਵਿੱਚ। ਪਾਰਸ਼ੀਅਲ ਸੇਫਟੀ ਫੈਕਟਰ ਨੂੰ ਸਟਰੈਂਥ ਆਫ ਮਟੀਰੀਅਲ ਦੇ ਨਾਲ ਅਪਲਾਈ ਕਰਨ ਦੀ ਜ਼ਰੂਰਤ ਕਿਉਂ ਹੁੰਦੀ ਹੈ? ਜਿੱਦਾਂ ਕਿ ਆਪਾਂ ਪੜ੍ਹਿਆ ਕਰੈਕਟਰਿਸਟਿਕ ਸਟਰੈਂਥ ਆਫ ਮਟੀਰੀਅਲ ਦੋਨਾਂ ਦੇ ਲਈ, ਕੰਕਰੀਟ ਦੇ ਲਈ ਵੀ, ਸਟੀਲ ਦੇ ਲਈ ਵੀ। ਕਰੈਕਟਰਿਸਟਿਕ ਸਟਰੈਂਥ ਆਫ ਮਟੀਰੀਅਲ ਉਹ ਵਾਲੀ ਮਟੀਰੀਅਲ ਦੀ ਸਟਰੈਂਥ ਜਿਹਦੇ ਆਪਾਂ ਮੰਨ ਕੇ ਚੱਲਦੇ ਵੀ ਉਸ ਵੈਲਿਊ ਤੋਂ 5% ਟੈਸਟ ਰਿਜ਼ਲਟ ਦੀ ਵੈਲਿਊ ਘੱਟ ਹੋ ਸਕਦੀ ਹੈ, ਲੇਕਿਨ 95% ਟੈਸਟ ਸੈਂਪਲ ਦੀ ਵੈਲਿਊਜ਼ ਜਾਂ ਸਟਰੈਂਥ ਦੀ ਵੈਲਿਊਜ਼ ਉਸ ਵੈਲਿਊ ਦੇ ਬਰਾਬਰ ਜਾਂ ਉਸ ਵੈਲਿਊ ਤੋਂ ਜ਼ਿਆਦਾ ਹੋਵੇਗੀ। ਇਸ ਕਰਕੇ ਆਪਾਂ 5% ਦੀ ਕੰਡੀਸ਼ਨ ਮੰਨ ਕੇ ਚੱਲਦੇ ਹਾਂ, ਬਟ ਕੁਛ ਉੱਥੇ 5% ਟੈਸਟ ਰਿਜ਼ਲਟਸ ਇਸ ਤਰ੍ਹਾਂ ਦੇ ਹੁੰਦੇ ਆ ਜਾਂ ਸੈਂਪਲਸ ਇਸ ਤਰ੍ਹਾਂ ਦੇ ਹੁੰਦੇ ਆ ਜਿਹਦੀ ਕਿ ਸਟਰੈਂਥ ਦੀ ਵੈਲਿਊ ਉਸ ਸਪੈਸੀਫਾਈਡ ਕਰੈਕਟਰਿਸਟਿਕ ਸਟਰੈਂਥ ਤੋਂ ਘੱਟ ਹੁੰਦੀ ਹੈ। ਉਸ ਸੈਂਪਲਸ ਦੀ ਵੈਲਿਊ ਜਿਨ੍ਹਾਂ ਦੀ ਘੱਟ ਹੁੰਦੀ ਹੈ ਉਹ ਵਾਲੇ ਸੈਂਪਲਸ ਜਾਂ ਉਹ ਵਾਲਾ ਵੈਚਿੰਗ ਸਿਸਟਮ ਕਿਸੇ ਡਿਜ਼ਾਈਨ ਨੂੰ ਡੇਵੀਏਟ ਨਾ ਕਰੇ, ਉਹਦੇ ਕਰਕੇ ਡਿਜ਼ਾਈਨਸ ਦੇ ਵਿੱਚ ਕੋਈ ਵੀ ਕੁਛ ਵੀ ਕਮੀਆਂ ਨਾ ਆਉਣ। ਉਸ ਵੈਲਿਊ ਨੂੰ ਆਪਾਂ ਉਸ ਵੈਲਿਊ ਨੂੰ ਠੀਕ ਕਰਨ ਦੇ ਲਈ ਆਪਾਂ ਪਾਰਸ਼ੀਅਲ ਸੇਫਟੀ ਫੈਕਟਰ ਅਪਲਾਈ ਕਰਦੇ ਹਾਂ। ਇਸ ਦੇ ਨਾਲ ਕਰੈਕਟਰਿਸਟਿਕ ਸਟਰੈਂਥ ਜਿਹੜੀ ਹੁੰਦੀ ਹੈ ਉਹ ਸੈਂਪਲ ਟੂ ਸੈਂਪਲ ਵੇਰੀ ਕਰਦੀ ਹੈ, ਇਸੇ ਕਰਕੇ ਆਪਾਂ ਨੂੰ ਪਾਰਸ਼ੀਅਲ ਸੇਫਟੀ ਫੈਕਟਰਸ ਅਪਲਾਈ ਕਰਨੇ ਪੈਂਦੇ ਹਨ। ਪਾਰਸ਼ੀਅਲ ਸੇਫਟੀ ਫੈਕਟਰਸ ਮਟੀਰੀਅਲਸ ਦੇ ਲਈ
ਆਪਾਂ ਅਗਰ ਕਿਸੇ ਮਟੀਰੀਅਲ ਦੇ ਡਿਜ਼ਾਈਨ ਸਟਰੈਂਥ ਕੈਲਕੂਲੇਟ ਕਰਨੀ ਹੈ, ਜਿੱਦਾਂ ਕਿ ਮੈਂ ਪਹਿਲਾਂ ਦੱਸਿਆ, ਕਰੈਕਟਰਿਸਟਿਕ ਸਟਰੈਂਥ ਨੂੰ ਪਾਰਸ਼ੀਅਲ ਸੇਫਟੀ ਫੈਕਟਰ ਮਟੀਰੀਅਲ ਦੇ ਨਾਲ ਡਿਵਾਈਡ ਕਰ ਦਿਓ ਤਾਂ ਡਿਜ਼ਾਈਨ ਸਟਰੈਂਥ ਆਫ ਵੈਲਿਊ ਆਪਾਂ ਫਾਈਂਡ ਕਰ ਸਕਦੇ ਹਾਂ। ਬਟ ਜਿਹੜਾ ਗਾਮਾ ਐਮ ਦੀ ਵੈਲਿਊ ਪਾਰਸ਼ੀਅਲ ਸੇਫਟੀ ਫੈਕਟਰ ਫॉर द स्ट्रेंथ ऑफ मटीरियल, गामा स्टैंड फॉर पार्शियल सेफ्टी फैक्टर, एम स्टैंड फॉर द स्ट्रेंथ ऑफ मटीरियल। ये डिपेंड करता किस तरह का मटीरियल है, ਕਿਹੜਾ ਲਿਮਿਟ ਸਟੇਟ ਆਪਾਂ ਯੂਜ਼ ਕਰਦੇ ਪਏ ਹਾਂ, ਕਿੰਨੇ ਤਰ੍ਹਾਂ ਦੇ ਲਿਮਿਟ ਸਟੇਟ ਹੁੰਦੇ ਉਹ ਆਪਾਂ ਆਲਰੇਡੀ ਪੜ੍ਹ ਚੁੱਕੇ हैं। एक नीचे फार्मूला है डिज़ाइन स्ट्रेंथ ऑफ द मटीरियल, एफ डी, एफ इज़ द स्ट्रेंथ, डी स्टैंड फॉर डिज़ाइन, is equal to characteristic strength of material upon partial safety factor of the material. Next, value of partial safety factor for the strength of material। अलग मटीरियल ਦੇ ਲਈ partial safety factor ਦੀ values अलग ਹੋਏਗੀ, अलग लिमिट स्टेट ऑफ क्लास ਦੇ ਲਈ वैल्यू चेंज होएगी। ਇਸੇ ਤਰ੍ਹਾਂ ਕੰਕਰੀਟ ਦੇ ਲਈ ਪਾਰਸ਼ੀਅਲ ਫੈਕਟਰ ਆਫ ਸੇਫਟੀ ਹੈ 1.5, ਸਟੀਲ ਦੇ ਲਈ ਹੈ ਪਾਰਸ਼ੀਅਲ ਫੈਕਟਰ ਆਫ ਸੇਫਟੀ 1.15। ਇਹ ਜ਼ਰੂਰ ਯਾਦ ਰੱਖਣਾ, ਇਹ ਜਿਹੜੀਆਂ ਵੈਲਿਊਜ਼ ਆ ਪਾਰਸ਼ੀਅਲ ਫੈਕਟਰ ਆਫ ਸੇਫਟੀ ਦੀਆਂ ਜੋ ਕਿ ਲਿਮਿਟ ਸਟੇਟ ਦੇ ਵਿੱਚ ਯੂਜ਼ ਹੋਣਗੀਆਂ। ਇਸ ਤੋਂ ਪਹਿਲਾਂ ਇੱਕ ਵਰਕਿੰਗ ਸਟ੍ਰੈਸ ਮੈਥਡ ਆਪਾਂ ਪੜ੍ਹਿਆ ਸੀ, ਉਹਦੇ ਵਿੱਚ ਇਕੱਲਾ ਫੈਕਟਰ ਆਫ ਸੇਫਟੀ ਆ, ਪਾਰਸ਼ੀਅਲ ਫੈਕਟਰ ਆਫ ਸੇਫਟੀ ਨਹੀਂ ਹੈ। ਉਹਦੇ ਵਿੱਚ ਫੈਕਟਰ ਆਫ ਸੇਫਟੀ ਦੀ ਵੈਲਿਊ ਕੰਕਰੀਟ ਦੇ ਲਈ ਹੈ, ਕੰਕਰੀਟ ਦੇ ਲਈ 3, ਸਟੀਲ ਦੇ ਲਈ 1.78 to 1.80 ਪੜ੍ਹ ਚੁੱਕੇ ਹਾਂ। ਇਹਨਾਂ ਦੋਨਾਂ ਵੈਲਿਊ, ਚਾਰਾਂ ਵੈਲਿਊਜ਼ ਨੂੰ ਹਮੇਸ਼ਾ ਯਾਦ ਰੱਖਣਾ। ਕਾਫੀ ਸਾਰੇ ਕੁਐਸਚਨਸ ਫਿਲਿਪਸ, ਟਰੂ ਫਾਲਸ ਇਸ ਤਰ੍ਹਾਂ ਦੇ ਡਿਪਲੋਮਾ ਲੈਵਲ ਦੇ ਪੇਪਰ ਦੇ ਵਿੱਚ ਆਉਂਦੇ ਆ। ਨੈਕਸਟ ਇੱਥੇ ਕੁਐਸਚਨ ਅਰਾਈਜ਼ ਹੁੰਦਾ ਪਾਰਸ਼ੀਅਲ ਫੈਕਟਰ ਆਫ ਸੇਫਟੀ ਕੰਕਰੀਟ ਦੇ ਲਈ ਜ਼ਿਆਦਾ ਕਿਉਂ ਹੁੰਦਾ ਅਤੇ ਸਟੀਲ ਦੇ ਲਈ ਘੱਟ ਕਿਉਂ ਹੁੰਦਾ, ਕਿਉਂਕਿ ਆਪਾਂ ਇਹ ਐਕਸਪੈਕਟ ਕਰਕੇ ਚੱਲਦੇ ਹਾਂ ਜਿਹੜੀ ਕੰਕਰੀਟ ਦੀ ਸਟਰੈਂਥ ਸੈਂਪਲ ਟੂ ਸੈਂਪਲ, ਬੈਚ ਟੂ ਬੈਚ, ਇਹਦੇ ਜਿਹੜੇ ਰਿਜ਼ਲਟਸ ਆ ਵੇਰੀ ਕਰਦੇ ਆ ਕਿਉਂਕਿ ਇਹਦੀ ਕੰਕਰੀਟ ਆਪਰੇਸ਼ਨਸ ਇਮਪ੍ਰੋਪਰ ਹੁੰਦੇ ਆ। बैचिंग, मिक्सिंग, ट्रांसपोर्टेशन, प्लेसिंग, कंपैक्शन, क्योरिंग सैक्टर। अगर मैनुअली आप मिक्सिंग करते पे हैं, बैचिंग करते पे हैं, अगर किसी ने नॉर्मली तसला फिल भी करना है, एक लेबर वाला बंदा कुछ होर वॉल्यूम ਜਾਂ ਹੋਰ ਕੁਆਂਟਿਟੀ ਫਿਲ ਕਰਦਾ ਪਿਆ ਤਸਲੇ ਦੇ ਵਿੱਚ ਆਪਣੇ ਅਕੋਰਡਿੰਗ, ਕੁਛ ਹੋਰ ਬੰਦਾ ਲੇਬਰ ਦਾ ਹੈ ਉਹਨੇ ਕੁਛ ਹੋਰ ਫਿਲ ਕਰਨਾ, ਮਤਲਬ ਹਰ ਵਾਰੀ ਜਿੰਨੀ ਵਾਰੀ ਤਸਲਾ ਫਿਲ ਕਰਨਾ ਉਹ ਹਰ ਵਾਰੀ ਇਕੁਅਲ ਵੋਲੀਅਮ ਜਾਂ ਇਕੁਅਲ ਵੇਟ ਨਹੀਂ ਫਿਲ ਕਰਨਾ ਬੈਚਿੰਗ ਕਰਨ ਦੇ ਲਈ। ਇਸੇ ਤਰ੍ਹਾਂ ਮਿਕਸਿੰਗ ਜਦੋਂ ਕਰਨੀ ਹੈ, ਜਦੋਂ ਪਹਿਲੇ ਬੈਚ ਦੀ ਮਿਕਸਿੰਗ ਕਰਨੀ ਉਹਨੇ ਕੁਛ ਅਲੱਗ ਤਰੀਕੇ ਨਾਲ ਕਰਨੀ, ਦੂਸਰਾ ਬੈਚ ਦੀ ਜਦੋਂ ਮਿਕਸਿੰਗ ਕਰਨੀ ਉਹਨੇ ਅਲੱਗ ਤਰ੍ਹਾਂ ਦੀ ਮਿਕਸਿੰਗ ਕਰਨੀ ਹੈ। ਇਸੇ ਤਰ੍ਹਾਂ ਟਰਾਂਸਪੋਰਟੇਸ਼ਨ ਅਗਰ ਹੋਏਗੀ, ਕੋਈ ਜ਼ਿਆਦਾ ਟਾਈਮ ਲੱਗੇਗਾ ਟਰਾਂਸਪੋਰਟੇਸ਼ਨ ਲਈ, ਕੁਛ ਘੱਟ ਟਾਈਮ ਲਗਾਏਗਾ। ਅਗਰ ਆਪਾਂ ਮਕੈਨੀਕਲੀ ਟਰਾਂਸਪੋਰਟੇਸ਼ਨ ਕਰਦੇ ਪਏ ਰੈਡੀ ਮਿਕਸ ਕੰਕਰੀਟ ਦੇ ਵਿੱਚ, ਜਿਵੇਂ ਅਗਰ ਕਿਤੇ ਰਸਤੇ 'ਚ ਟਰੈਫਿਕ ਆ ਤਾਂ ਉੱਥੇ ਟਾਈਮ ਜ਼ਿਆਦਾ ਲੱਗ ਜਾਏਗਾ। ਕਈ ਵਾਰ ਕੁਛ ਕੈਮੀਕਲਸ ਐਡੀਸ਼ਨਲ ਪਾਉਣੇ ਪੈਂਦੇ ਆ। ਪਲੇਸਿੰਗ ਕਰਨ ਵੇਲੇ ਕੋਈ ਲੇਬਰ ਦੀ ਹਾਈਟ ਘੱਟ ਆ, ਕਿਸੇ ਦੀ ਜ਼ਿਆਦਾ ਆ, ਕੋਈ 1 ਮੀਟਰ ਤੋਂ ਪਲੇਸ ਕਰਦਾ ਪਿਆ, ਕੋਈ 2 ਮੀਟਰ ਤੋਂ ਪਲੇਸ ਕਰਦਾ ਪਿਆ। ਕੰਪੈਕਸ਼ਨ ਕਰਨ ਵੇਲੇ ਕੁਛ ਮੈਨੂਅਲੀ ਰੋਡ ਦੇ ਨਾਲ ਕੰਪੈਕਸ਼ਨ ਕਰਦੇ ਪਏ ਆ, ਕੋਈ ਨੀਡਲ ਵਾਈਬਰੇਟਰ ਦੇ ਨਾਲ ਕੰਪੈਕਸ਼ਨ ਕਰਦੇ ਪਏ। ਇਹ ਸਾਰੀਆਂ ਇਸੇ ਤਰ੍ਹਾਂ ਕਿਉਰਿੰਗ ਦੇ ਵੀ ਕਾਫੀ ਸਾਰੇ ਮੈਥਡ ਆ, ਕੋਈ ਪੌਂਡਿੰਗ ਮੈਥਡ, ਕੋਈ ਕਈ ਜਗ੍ਹਾ ਐਵੈਪੋਰੇਸ਼ਨ ਜ਼ਿਆਦਾ ਹੋ ਜਾਂਦੀ ਹੈ, ਕਈ ਜਗ੍ਹਾ ਮੋਇਸਚਰ ਜ਼ਿਆਦਾ ਹੁੰਦਾ। ਇਹ ਸਾਰੇ ਫੈਕਟਰਸ ਰੋਲ ਪਲੇ ਕਰਦੇ ਜਿਹਦੇ ਕਰਕੇ ਕੰਕਰੀਟ ਦੀ ਉੱਪਰ ਕੁਆਲਿਟੀ ਕੰਟਰੋਲ ਘੱਟ ਹੁੰਦਾ। ਇਹ ਸਾਰੇ ਵੇਰੀਅਸ ਕੰਕਰੀਟ ਆਪਰੇਸ਼ਨ ਦੇ ਵਿੱਚ ਜਿਹੜੇ ਮੈਂ ਰੋਲ ਦੱਸੇ ਆ, ਇਹਦੇ ਕਰਕੇ ਕੰਕਰੀਟ ਦੀ ਸਟਰੈਂਥ ਵੇਰੀ ਕਰਦੀ ਹੈ ਸੈਂਪਲ ਟੂ ਸੈਂਪਲ। ਇਸ ਵੇਰੀਅਸਨੈਸ ਨੂੰ ਘਟਾਉਣ ਦੇ ਲਈ ਆਪਾਂ ਨੂੰ ਪਾਰਸ਼ੀਅਲ ਸੇਫਟੀ ਫੈਕਟਰ ਕੰਕਰੀਟ ਦੇ ਲਈ ਜ਼ਿਆਦਾ ਰੱਖਣਾ ਪੈਂਦਾ ਐਜ਼ ਕੰਪੇਅਰ ਟੂ ਸਟੀਲ, ਕਿਉਂਕਿ ਸਟੀਲ ਜਿਹੜੀ ਹੈ ਰੀਇਨਫੋਰਸਮੈਂਟ ਦੇ ਲਈ ਆਪਾਂ ਯੂਜ਼ ਕਰਦੇ ਹਾਂ, ਉਹ ਸਟੀਲ ਪਲਾਂਟਸ ਦੇ ਵਿੱਚ ਹੀ ਫੈਬਰੀਕੇਟ ਹੁੰਦੀ ਹੈ। ਤਾਂ ਉਹਦਾ ਹਰ ਇੱਕ ਦਾ ਸਪੈਸੀਫਿਕ ਡਾਇਆਮੀਟਰ ਹੁੰਦਾ ਜਿਹਦੇ ਉੱਪਰ ਪ੍ਰੋਪਰ ਕੁਆਲਿਟੀ ਕੰਟਰੋਲ ਹੁੰਦਾ ਕੰਕਰੀਟ ਦੇ ਨਾਲੋਂ ਜ਼ਿਆਦਾ। ਇਸੇ ਕਰਕੇ ਉਹਦੇ ਵਿੱਚ ਵੇਰੀਏਸ਼ਨ ਆਉਣ ਦੇ ਚਾਂਸਸ ਸਟੀਲ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦੇ ਹੈ ਐਜ਼ ਕੰਪੇਅਰ ਟੂ ਕੰਕਰੀਟ। ਦਿਸ ਇਜ਼ ਦ ਮੇਨ ਰੀਜ਼ਨ of the variation between the steel and concrete।
that is why the partial factor of safety of concrete is higher than steel. Next है partial safety factors for load. It is designated as gamma F. It is also given in IS 456 2000 clause number 36.4.1. Partial safety factor for the safety of the loads. ਇਹ ਉਹ ਵਾਲਾ ਫੈਕਟਰ ਆ, ਅਗਰ ਆਪਾਂ ਕਰੈਕਟਰਿਸਟਿਕ ਲੋਡਸ ਨੂੰ ਇਸ ਫੈਕਟਰ ਦੇ ਨਾਲ ਮਲਟੀਪਲਾਈ ਕਰੀਏ ਤਾਂ ਡਿਜ਼ਾਈਨ ਲੋਡਸ ਮਿਲਦਾ। ਇਹ ਪਿੱਛੇ ਆਪਾਂ ਪੜ੍ਹਿਆ ਡਿਜ਼ਾਈਨ ਸਟਰੈਂਥ ਕਿੱਦਾਂ ਕੈਲਕੂਲੇਟ ਕਰੀ ਦੀ ਹੈ, ਕਰੈਕਟਰਿਸਟਿਕ strength upon partial effective safety for the strength of material। ਲੇਕਿਨ ਡਿਜ਼ਾਈਨ ਲੋਡਸ ਦੀ ਵੈਲਿਊ ਕੈਲਕੂਲੇਟ ਕਰਨ ਦੇ ਲਈ ਕਰੈਕਟਰਿਸਟਿਕ ਲੋਡ ਮਲਟੀਪਲਾਈ ਪਾਰਸ਼ੀਅਲ ਸੇਫਟੀ ਫੈਕਟਰ ਫॉर द ਲੋਡ। ਇਹ ਡਿਪੈਂਡ ਕਰਦਾ ਵੀ ਲੋਡ ਕਿਸ ਤਰ੍ਹਾਂ ਦਾ ਤੇ ਲਿਮਿਟ ਸਟੇਟ ਕੀ ਹੈ। ਨੈਕਸਟ ਆਪਾਂ ਪੜਾਂਗੇ ਪਾਰਸ਼ੀਅਲ ਸੇਫਟੀ ਫੈਕਟਰਸ ਫॉर ਲੋਡ ਦੀ ਜ਼ਰੂਰਤ ਕਿਉਂ ਹੁੰਦੀ ਹੈ। ਜਿੱਦਾਂ ਕਿ ਆਪਾਂ ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ ਜਿਹੜਾ ਡਿਜ਼ਾਈਨ ਲੋਡ ਹੁੰਦਾ ਉਹੀ ਕਰੈਕਟਰਿਸਟਿਕ ਲੋਡ ਹੁੰਦਾ, ਉਹੀ ਵਰਕਿੰਗ ਲੋਡ ਹੁੰਦਾ। ਉਹਦੇ ਵਿੱਚ ਕੋਈ ਸੇਫਟੀ ਫੈਕਟਰ ਨਹੀਂ ਹੁੰਦਾ ਲੋਡ ਦੇ ਲਈ। ਲੇਕਿਨ ਵਰਕਿੰਗ ਲਿਮਿਟ ਸਟੇਟ ਮੈਥਡ ਦੇ ਵਿੱਚ ਪਾਰਸ਼ੀਅਲ ਸੇਫਟੀ ਫੈਕਟਰ ਗਿਵਨ ਹੁੰਦਾ, ਜਿਹੜਾ ਕਿ ਅਗਰ ਆਪਾਂ ਇਹਨੂੰ ਡਿਜ਼ਾਈਨ ਲੋਡ ਇਹਦੇ ਵਿੱਚ ਹੋਏਗਾ ਕਰੈਕਟਰਿਸਟਿਕ ਲੋਡ ਮਲਟੀਪਲਾਈ ਪਾਰਸ਼ੀਅਲ ਸੇਫਟੀ ਫੈਕਟਰ। ਕਰੈਕਟਰਿਸਟਿਕ ਲੋਡ ਉਹ ਵਾਲਾ ਲੋਡ ਆ ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕਾ, ਉਹ ਵਾਲੀ ਲੋਡ ਦੀ ਵੈਲਿਊ ਜਿਹਦੀ 95% ਪੋਸੀਬਿਲਿਟੀ ਹੁੰਦੀ ਵੀ ਸਟਰਕਚਰ ਦੇ ਉੱਪਰ ਇਸ ਪਰਟੀਕੂਲਰ ਵੈਲਿਊ ਤੋਂ ਜ਼ਿਆਦਾ ਲੋਡ ਨਹੀਂ ਆਏਗਾ। 5% ਚਾਂਸਿਸ ਹੁੰਦੇ ਆ ਉਹਦੀ ਲਾਈਫ ਦੇ ਦੌਰਾਨ ਵੀ ਇਸ ਵੈਲਿਊ ਤੋਂ ਲੋਡ ਐਕਸੀਡ ਕਰ ਜਾਏ। ਇਸ 5% ਵੈਲਿਊ ਨੂੰ ਆਪਾਂ ਜਿਹੜੀ ਓਵਰਲੋਡਿੰਗ ਹੋਣ ਦੇ ਚਾਂਸਿਸ ਆ ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ ਨਿਗਲੈਕਟ ਕਰ ਦਿੰਦੇ ਹਾਂ। ਲੇਕਿਨ ਲਿਮਿਟ ਸਟੇਟ ਮੈਥਡ ਉਹਦੇ ਨਾਲ ਜ਼ਿਆਦਾ ਬੈਨੀਫੀਸ਼ੀਅਲ ਹੈ। ਇਸ ਕਰਕੇ ਇਸ 5% ਚਾਂਸਿਸ ਜਿਹੜੇ ਓਵਰਲੋਡਿੰਗ ਦੇ ਆਪਾਂ ਇਹਨੂੰ ਵੀ ਨਿਗਲੈਕਟ ਨਹੀਂ ਕਰ ਸਕਦੇ। ਇਸ 5% ਓਵਰਲੋਡਿੰਗ ਚਾਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਨੂੰ ਸੇਫਟੀ ਫੈਕਟਰ ਲਗਾਉਣਾ ਪੈਂਦਾ, ਜਿਹੜਾ ਜਿਹਨੂੰ ਕਹਿੰਦੇ ਆ ਪਾਰਸ਼ੀਅਲ ਸੇਫਟੀ ਫੈਕਟਰ ਫॉर द ਲੋਡ। ਇਸੇ ਕਰਕੇ ਨੀਚੇ ਡਿਜ਼ਾਈਨ ਲੋਡ ਦਾ ਫਾਰਮੂਲਾ ਲਿਖਿਆ ਹੋਇਆ ਕਰੈਕਟਰਿਸਟਿਕ ਲੋਡ ਮਲਟੀਪਲਾਈ ਪਾਰਸ਼ੀਅਲ ਸੇਫਟੀ ਫੈਕਟਰ ਫॉर द ਲੋਡ। partial safety factor of load as per IS 456 2000 ਦੇ ਅਕੋਰਡਿੰਗ clause number 36.4.1 ਦੇ ਅਕੋਰਡਿੰਗ ਦਿੱਤਾ ਹੋਇਆ ਟੇਬਲ ਨੰਬਰ 18 ਦੇ ਅਕੋਰਡਿੰਗ ਲਿਮਿਟ ਸਟੇਟ ਆਫ ਕੋਲੈਪਸ ਦੇ ਲਈ ਅਲੱਗ ਵੈਲਿਊ, ਲਿਮਿਟ ਸਟੇਟ ਆਫ ਸਰਵਿਸਿਬਿਲਿਟੀ ਦੇ ਲਈ ਅਲੱਗ ਵੈਲਿਊਜ਼, ਡਿਫਰੈਂਟ ਲੋਡ ਕੰਬੀਨੇਸ਼ਨ ਦੇ ਲਈ ਅਲੱਗ ਵੈਲਿਊਜ਼ ਦਿੱਤੀਆਂ ਹੋਈਆਂ ਹਨ। ਇਹਨੂੰ ਜਦੋਂ ਆਪਾਂ ਡਿਜ਼ਾਈਨ ਕਰਾਂਗੇ ਡਿਟੇਲ ਦੇ ਵਿੱਚ ਪੜਾਂਗੇ ਇਹਨੂੰ। DL stand for dead load, IL stand for impact load, WL stand for wind load। ਲਿਮਿਟ ਸਟੇਟ ਆਫ ਸਰਵਿਸਿਬਿਲਿਟੀ ਦੇ ਲਈ 1 ਵੈਲਿਊ ਆ। ਨੋਰਮਲੀ ਲਿਮਿਟ ਸਟੇਟ ਆਫ ਕੋਲੈਪਸ ਦੇ ਲਈ ਜਿਹੜੀ ਵੈਲਿਊ ਆ ਪਾਰਸ਼ੀਅਲ ਸੇਫਟੀ ਫੈਕਟਰ ਲੋਡ ਦੀ 1.5 ਹੈ। ਅਗਰ ਵਿੰਡ ਲੋਡ ਜਾਂ ਅਰਥਕੁਇਕ ਲੋਡ ਨੂੰ ਕੰਸੀਡਰ ਕਰਾਂਗੇ ਵੈਲਿਊ ਚੇਂਜ ਹੋਏਗੀ। ਇਸ ਵੈਲਿਊ ਜਦੋਂ ਡਿਜ਼ਾਈਨ ਕਰਾਂਗੇ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਨੈਕਸਟ ਹੈ ਇਸ ਵੀਡੀਓ ਨੂੰ ਬਣਾਉਣ ਦੇ ਲਈ ਕੀ ਰੈਫਰੈਂਸ ਲਏ ਗਏ। ਇੰਡੀਅਨ ਸਟੈਂਡਰਡ 456 2000 NPTEL ਦੇ ਨੋਟਸ ਜਿਹੜੇ NIT ਜਾਂ IIT ਪ੍ਰੋਫੈਸਰਸ ਦੇ ਦੁਆਰਾ ਪ੍ਰੀਪੇਅਰਡ ਹੁੰਦੇ। ਟੈਕਸਟ ਬੁੱਕਸ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਜਿਹੜੀਆਂ ਮਰਜ਼ੀ ਟੈਕਸਟ ਬੁੱਕਸ ਤੁਸੀਂ ਰੈਫਰ ਕਰ ਸਕਦੇ ਹੋ। ਸਾਰੀਆਂ ਬੁੱਕਸ ਅੱਛੀਆਂ ਹੁੰਦੀਆਂ। ਅਗਰ ਇੱਕ ਤੋਂ ਜ਼ਿਆਦਾ ਬੁੱਕਸ ਰੈਫਰ ਕਰੋਗੇ ਤਾਂ ਅੱਛਾ ਹੋਏਗਾ। ਕੁਛ ਡਿਪਲੋਮਾ ਲੈਵਲ ਦੀ ਬੁੱਕਸ ਹੁੰਦੀਆਂ, ਕੁਛ ਡਿਗਰੀ ਲੈਵਲ ਦੀਆਂ ਬੁੱਕਸ ਤੁਸੀਂ ਰੈਫਰ ਕਰ ਸਕਦੇ ਹੋ। ਕੋਈ ਇਸ ਸਬਜੈਕਟ ਦੇ ਲਈ ਡਿਪਲੋਮਾ ਐਂਡ ਡਿਗਰੀ ਦੇ ਸਿਲੇਬਸ ਦੇ ਵਿੱਚ ਕੁਛ ਜ਼ਿਆਦਾ ਫਰਕ ਨਹੀਂ ਹੈ। ਇਸ ਕਰਕੇ ਤੁਸੀਂ ਕੋਈ ਵੀ ਬੁੱਕ ਰੈਫਰ ਕਰ ਸਕਦੇ ਹੋ। ਪ੍ਰੀਵੀਅਸ ਈਅਰ ਓਬਵੀਅਸ ਆ ਪੇਪਰ ਜ਼ਰੂਰ ਰੈਫਰ ਕਰਨੇ ਚਾਹੀਦੇ। ਗੂਗਲ ਵੈਬਸਾਈਟ ਤੋਂ ਤੁਸੀਂ ਦੇਖ ਸਕਦੇ ਹੋ। ਉਹ ਅਗਰ ਕੁਛ ਨਹੀਂ ਸਮਝ ਲੱਗੇ ਤਾਂ ਆਈ ਹੋਪ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ।